ਮੇਰੇ ਪਾਪਾ ਨੂੰ ਲੱਗ ਰਿਹਾ ਸੀ ਕਿ ਮੈਂ ਪ੍ਰੈਗਨੈਂਟ ਹਾਂ। ਬਦਨਾਮੀ ਦੇ ਡਰ ਤੋਂ ਮੇਰੇ ਪਾਪਾ ਨੇ ਮੇਰਾ ਵਿਆਹ ਨੌਕਰ ਨਾਲ ਕਰਵਾ ਦਿੱਤਾ। ਮੈਂ ਬੇਕਸੂਰ ਸੀ, ਪਰ ਜਦੋਂ ਵਿਆਹ ਤੋਂ 5 ਮਹੀਨੇ ਬਾਅਦ ਮੈਂ ਇੱਕ ਬੱਚੇ ਨੂੰ ਜਨਮ ਦਿੱਤਾ ਤਾਂ ਬੱਚੇ ਨੂੰ ਦੇਖ ਕੇ ਮੇਰੇ ਹੋਸ਼ ਉੱਡ ਗਏ, ਕਿਉਂਕਿ ਉਹ ਬੱਚਾ ਤਾਂ ਮੇਰੇ ਥੱਕੀ ਹੋਈ ਕਾਲਜ ਤੋਂ ਆਈ ਤਾਂ ਪਾਪਾ ਨੂੰ ਘਰ ਦੇਖ ਕੇ ਹੈਰਾਨ ਜਿਹੀ ਹੋ ਗਈ, ਕਿਉਂਕਿ ਇਸ ਟਾਈਮ ਤਾਂ ਪਾਪਾ ਦਫ਼ਤਰ ਵਿੱਚ ਹੀ ਹੁੰਦੇ ਹਨ। ਅੱਜ ਇੰਨੀ ਦੁਪਹਿਰ ਵਿੱਚ ਘਰ ਕਿਵੇਂ ਆ ਗਏ? ਮੈਂ ਇਹੀ ਸੋਚੀ ਜਾ ਰਹੀ ਸੀ ਕਿ ਗਰਮੀ ਤੇ ਪਸੀਨੇ ਨਾਲ ਮੇਰੀ ਹਾਲਤ ਬਹੁਤ ਖਰਾਬ ਹੋਈ ਪਈ ਸੀ, ਪਰ ਪਾਪਾ ਮੈਨੂੰ ਇੰਨੀ ਗੂੜ੍ਹੀ ਨਜ਼ਰ ਨਾਲ ਦੇਖ ਰਹੇ ਸੀ। ਦੇਖਦੇ ਹੀ ਮੈਨੂੰ ਅਜੀਬ ਲਫ਼ਜ਼ਾਂ ਨਾਲ ਪੁੱਛਣ ਲੱਗੇ, ਰਾਵੀ, ਕਾਲਜ ਆਉਣ ਵਿੱਚ ਇੰਨੀ ਦੇਰ ਕਿਉਂ ਹੋ ਗਈ? ਮੈਂ ਕਿਹਾ ਕਿ ਪਾਪਾ ਅੱਜ ਕਾਲਜ ਵਿੱਚ ਐਕਸਟਰਾ ਕਲਾਸ ਸੀ, ਤਾਂ ਕਰਕੇ ਮੈਂ ਘਰ ਆਉਣ ਵਿੱਚ ਲੇਟ ਹੋ ਗਈ ਹਾਂ। ਪਾਪਾ ਨੇ ਸਿਰ ਤੋਂ ਪੈਰਾਂ ਤੱਕ ਮੇਰੇ ਵੱਲ ਵੇਖਿਆ ਤੇ ਕਹਿਣ ਲੱਗੇ, ਬਸ ਇੰਨੀ ਗੱਲ ਪੁੱਛਣ ਦਾ ਅੰਦਾਜ਼ ਮੈਨੂੰ ਬਿਲਕੁਲ ਚੰਗਾ ਨਹੀਂ ਸੀ ਲੱਗਾ, ਪਰ ਇਹ ਕੋਈ ਨਵੀਂ ਗੱਲ ਨਹੀਂ ਸੀ। ਕਈ ਸਾਲਾਂ ਤੋਂ ਮੈਂ ਇਸ ਰਵੱਈਏ ਤੋਂ ਬਹੁਤ ਪਰੇਸ਼ਾਨ ਸੀ। ਪਾਪਾ ਨੂੰ ਮੇਰੀਆਂ ਗੱਲਾਂ 'ਤੇ ਬਹੁਤ ਘੱਟ ਵਿਸ਼ਵਾਸ ਹੁੰਦਾ ਸੀ। ਉਹ ਇਸ ਤਰ੍ਹਾਂ ਸਵਾਲ ਕਰਦੇ ਜਿਵੇਂ ਮੈਂ ਉਹਨਾਂ ਤੋਂ ਕੁਝ ਛੁਪਾ ਰਹੀ ਹੋਵਾਂ। ਮੈਂ ਕਿਹਾ, ਪਾਪਾ ਬਸ ਇੰਨੀ ਗੱਲ ਹੈ, ਨਹੀਂ ਤਾਂ ਡਰਾਈਵਰ ਮੇਰੇ ਨਾਲ ਹੁੰਦਾ ਹੈ, ਤੁਸੀਂ ਚਾਹੋ ਤਾਂ ਉਸ ਨੂੰ ਪੁੱਛ ਸਕਦੇ ਹੋ। ਮੈਨੂੰ ਕਾਲਜ ਛੱਡਣ ਵਾਲਾ ਤੇ ਲਿਆਉਣ ਵਾਲਾ ਡਰਾਈਵਰ 25-26 ਸਾਲ ਦਾ ਇੱਕ ਜਵਾਨ ਮੁੰਡਾ ਸੀ। ਉਸ ਦਾ ਨਾਮ ਹਨੀ ਸੀ। ਪਰ ਪਾਪਾ ਨੂੰ ਉਸ 'ਤੇ ਬਹੁਤ ਜ਼ਿਆਦਾ ਭਰੋਸਾ ਸੀ। ਉਸ ਦਾ ਪਿਓ ਸਾਡੇ ਘਰ ਨੌਕਰੀ ਕਰਦਾ ਸੀ। ਉਹ ਲੋਕ ਬਹੁਤ ਸ਼ਰੀਫ ਸਨ। ਕਾਫੀ ਯਕੀਨ ਦਿਵਾਉਣ ਤੋਂ ਬਾਅਦ ਪਾਪਾ ਨੂੰ ਕਿਸੇ ਤਰ੍ਹਾਂ ਮੇਰੀਆਂ ਗੱਲਾਂ 'ਤੇ ਵਿਸ਼ਵਾਸ ਹੋਇਆ। ਉਹਨਾਂ ਨੇ ਕਿਹਾ, ਠੀਕ ਹੈ, ਚਲੋ ਇਕੱਠੇ ਬੈਠ ਕੇ ਖਾਣਾ ਖਾਂਦੇ ਹਾਂ। ਪਰ ਪਾਪਾ ਕਦੇ ਮੇਰੇ ਨਾਲ ਪਿਆਰ ਨਾਲ ਗੱਲ ਨਹੀਂ ਕਰਦੇ ਸਨ, ਹਮੇਸ਼ਾ ਸਖਤੀ ਨਾਲ ਪੇਸ਼ ਆਉਂਦੇ ਸਨ। ਉਹ ਮੇਰੀ ਹਰ ਛੋਟੀ ਹਰਕਤ 'ਤੇ ਨਜ਼ਰ ਰੱਖਦੇ ਸਨ। ਰਾਤ ਨੂੰ ਕਈ ਵਾਰ ਉਹ ਮੇਰੇ ਕਮਰੇ ਵਿੱਚ ਦੇਖਣ ਤੱਕ ਆਉਂਦੇ। ਪਤਾ ਨਹੀਂ ਕਿਉਂ ਪਾਪਾ ਮੇਰੇ 'ਤੇ ਵਿਸ਼ਵਾਸ ਨਹੀਂ ਸੀ ਕਰਦੇ। ਜਦੋਂ ਤੋਂ ਮਾਂ ਇਸ ਦੁਨੀਆ ਤੋਂ ਗਈ ਸੀ, ਪਾਪਾ ਨੇ ਹੀ ਪਾਲ ਪੋਸ ਕੇ ਵੱਡਾ ਕੀਤਾ ਸੀ, ਪਰ ਹਰ ਸਮੇਂ ਮੇਰੇ ਨਾਲ ਸਖਤੀ ਨਾਲ ਪੇਸ਼ ਆਉਂਦੇ। ਮੈਂ ਉਹਦੇ ਇਸ ਵਿਵਹਾਰ ਤੋਂ ਪਰੇਸ਼ਾਨ ਹੋ ਗਈ ਸੀ। ਮੈਂ ਆਪਣੇ ਹੀ ਘਰ ਵਿੱਚ ਘੁਟਨ ਮਹਿਸੂਸ ਕਰਦੀ ਸੀ। ਕਾਲਜ ਵਿੱਚ ਮੇਰੀ ਇੱਕ ਸਹੇਲੀ ਸੀ, ਰਮਨ। ਕਦੇ-ਕਦੇ ਮੈਂ ਰਮਨ ਦੇ ਘਰ ਚਲੀ ਜਾਂਦੀ ਸੀ। ਰਮਨ ਦਾ ਇੱਕ ਭਰਾ ਸੀ, ਮੋਹਿਤ। ਉਹ ਵੀ ਸਾਡੇ ਨਾਲ ਗੱਲਾਂ ਕਰਨ ਲੱਗ ਜਾਂਦਾ। ਜਦੋਂ ਉਹ ਰਮਨ ਨੂੰ ਕਾਲਜ ਛੱਡਣ ਆਉਂਦਾ ਤਾਂ ਮੇਰੇ ਨਾਲ ਵੀ ਉਸ ਦੀ ਮੁਲਾਕਾਤ ਹੋ ਜਾਂਦੀ ਸੀ। ਉਸ ਦੀਆਂ ਗੱਲਾਂ ਤੋਂ ਲੱਗਦਾ ਕਿ ਉਹ ਮੈਨੂੰ ਪਸੰਦ ਕਰਦਾ ਹੈ। ਪਰ ਪਾਪਾ ਦੇ ਡਰ ਤੋਂ ਮੈਂ ਹਮੇਸ਼ਾ ਕੋਸ਼ਿਸ਼ ਕਰਦੀ ਕਿ ਉਹ ਉਸ ਤੋਂ ਦੂਰ ਹੀ ਰਹੇ। ਮੇਰੀ ਬਦਕਿਸਮਤੀ ਸੀ ਕਿ ਪਾਪਾ ਇੱਕ ਦਿਨ ਮੇਰੇ ਪਿੱਛੇ ਕਾਲਜ ਪਹੁੰਚ ਗਏ। ਉਹਨਾਂ ਨੇ ਮੈਨੂੰ ਮੋਹਿਤ ਨਾਲ ਗੱਲ ਕਰਦੇ ਦੇਖ ਲਿਆ। ਪਾਪਾ ਮੇਰੇ ਕਾਲਜ ਕਿਉਂ ਆਏ, ਮੈਨੂੰ ਨਹੀਂ ਸੀ ਪਤਾ, ਪਰ ਉਸ ਦਿਨ ਤੋਂ ਮੇਰੀ ਜ਼ਿੰਦਗੀ ਵਿੱਚ ਕਿਆਮਤ ਆ ਗਈ ਸੀ। ਮੋਹਿਤ ਨਾਲ ਗੱਲ ਕਰਦੇ ਦੇਖ ਪਾਪਾ ਨੇ ਮੈਨੂੰ ਗੁੱਸੇ ਵਿੱਚ ਗੱਡੀ 'ਚ ਬਿਠਾਇਆ ਤੇ ਆਪਣੇ ਘਰ ਲੈ ਆਏ। ਉਸ ਦਿਨ ਤੋਂ ਬਾਅਦ ਪਾਪਾ ਨੇ ਮੇਰਾ ਕਾਲਜ ਆਉਣਾ ਬੰਦ ਕਰ ਦਿੱਤਾ। ਉਹਨਾਂ ਨੂੰ ਸ਼ੱਕ ਸੀ ਕਿ ਮੇਰਾ ਮੋਹਿਤ ਨਾਲ ਚੱਕਰ ਚੱਲ ਰਿਹਾ ਹੈ। ਪਾਪਾ ਨੂੰ ਲੱਖ ਸਮਝਾਉਣ ਦੀ ਕੋਸ਼ਿਸ਼ ਕੀਤੀ, ਪਰ ਪਾਪਾ ਨੇ ਮੇਰੀ ਇੱਕ ਨਾ ਸੁਣੀ ਤੇ ਕਿਹਾ, ਮੈਂ ਆਪਣੀ ਇੱਜ਼ਤ ਦਾਅ 'ਤੇ ਲੱਗਦੀ ਨਹੀਂ ਦੇਖ ਸਕਦਾ। ਤੂੰ ਮੇਰਾ ਭਰੋਸਾ ਤੋੜਿਆ ਹੈ। ਤੇਰੀ ਮਾਂ ਜਾਣ ਤੋਂ ਬਾਅਦ ਮੈਂ ਹਰ ਦਿਨ ਤੇਰੀ ਫਿਕਰ ਵਿੱਚ ਗੁਜ਼ਾਰਿਆ ਹੈ।
ਕਿੰਨੀਆਂ ਪਾਬੰਦੀਆਂ ਦੇ ਬਾਵਜੂਦ ਤੂੰ ਮੇਰਾ ਮੂੰਹ ਕਾਲਾ ਕਰਵਾ ਦਿੱਤਾ। ਮੈਂ ਬਹੁਤ ਰੋਈ ਬਿਨਾਂ ਕਿਸੇ ਗਲਤੀ ਤੋਂ, ਜਦ ਕਿ ਮੇਰਾ ਮੋਹਿਤ ਨਾਲ ਕੋਈ ਰਿਸ਼ਤਾ ਨਹੀਂ ਸੀ। ਮੈਂ ਅੰਦਰ ਹੀ ਅੰਦਰ ਬੰਦ ਹੋ ਕੇ ਰਹਿ ਗਈ। ਸਾਡੇ ਘਰ ਪੈਸੇ ਦੀ ਕੋਈ ਕਮੀ ਨਹੀਂ ਸੀ, ਪਰ ਇੱਕ ਆਜ਼ਾਦੀ ਸੀ ਜਿਸ ਲਈ ਮੈਂ ਤਰਸ ਰਹੀ ਸੀ। ਜਦੋਂ ਮੇਰੇ ਪਾਪਾ ਨੂੰ ਮੇਰੇ ਤੋਂ ਭਰੋਸਾ ਨਹੀਂ ਸੀ ਤਾਂ ਇੱਕ ਦਿਨ ਮੇਰੇ ਪਾਪਾ ਦੇ ਦੋਸਤ ਸਾਡੇ ਘਰ ਆਏ ਤੇ ਉਹ ਮੈਨੂੰ ਮੇਰੀ ਪੜ੍ਹਾਈ ਬਾਰੇ ਪੁੱਛਣ ਲੱਗੇ ਤਾਂ ਮੈਂ ਉਹਨਾਂ ਨੂੰ ਸਾਰੀ ਗੱਲ ਦੱਸੀ। ਉਹ ਪਾਪਾ ਦੇ ਪੁਰਾਣੇ ਦੋਸਤ ਸਨ ਤੇ ਅਕਸਰ ਸਾਡੇ ਘਰ ਆਉਂਦੇ ਜਾਂਦੇ ਸਨ, ਇਸ ਲਈ ਮੈਂ ਸਭ ਕੁਝ ਅੰਕਲ ਨੂੰ ਦੱਸ ਦਿੱਤਾ। ਅੰਕਲ ਨੇ ਮੈਨੂੰ ਕਿਹਾ ਕਿ ਫਿਕਰ ਨਾ ਕਰ, ਮੈਂ ਤੇਰੇ ਪਾਪਾ ਨਾਲ ਗੱਲ ਕਰਕੇ ਤੇਰੀ ਪੜ੍ਹਾਈ ਚਾਲੂ ਕਰਵਾ ਦੇਵਾਂਗਾ। ਮੈਨੂੰ ਥੋੜ੍ਹੀ ਤਸੱਲੀ ਹੋਈ ਕਿਉਂਕਿ ਪਾਪਾ ਅੰਕਲ ਦੀ ਹਰ ਗੱਲ ਸੁਣਦੇ ਸਨ, ਪਰ ਅੰਕਲ ਤੇ ਪਾਪਾ ਗੱਲ ਕਰਨ ਤੋਂ ਪਹਿਲਾਂ ਹੀ ਮੇਰੀ ਜ਼ਿੰਦਗੀ ਨੇ ਇੱਕ ਨਵਾਂ ਮੋੜ ਲੈ ਲਿਆ। ਇੱਕ ਦਿਨ ਰਾਤ ਦੇ ਟਾਈਮ ਮੈਂ ਗੂੜ੍ਹੀ ਨੀਂਦ ਸੁੱਤੀ ਪਈ ਸੀ ਤਾਂ ਮੇਰੇ ਫ਼ੋਨ ਦੀ ਘੰਟੀ ਵੱਜੀ ਤਾਂ ਮੇਰੇ ਪਾਪਾ ਨੇ ਮੇਰਾ ਫ਼ੋਨ ਚੱਕ ਲਿਆ ਤਾਂ ਫ਼ੋਨ 'ਤੇ ਮੋਹਿਤ ਸੀ। ਉਸ ਨੂੰ ਪਤਾ ਚੱਲਿਆ ਕਿ ਉਸ ਦੀ ਵਜ੍ਹਾ ਨਾਲ ਮੇਰੀ ਪੜ੍ਹਾਈ ਛੁੱਟ ਰਹੀ ਹੈ। ਉਸ ਨੂੰ ਬਹੁਤ ਬੁਰਾ ਲੱਗ ਰਿਹਾ ਸੀ, ਇਸ ਕਰਕੇ ਉਸ ਨੇ ਫ਼ੋਨ ਕੀਤਾ ਸੀ, ਪਰ ਉਸ ਦਾ ਗਲਤ ਮਤਲਬ ਕੱਢ ਲਿਆ। ਪਾਪਾ ਨੇ ਮੇਰਾ ਫ਼ੋਨ ਵੀ ਖੋਹ ਲਿਆ ਤੇ ਮੈਨੂੰ ਕਮਰੇ ਤੋਂ ਬਾਹਰ ਨਿਕਲਣ ਤੋਂ ਮਨ੍ਹਾ ਕਰ ਦਿੱਤਾ। ਅੰਕਲ ਜਦੋਂ ਸਾਡੇ ਘਰ ਆਉਂਦੇ ਤਾਂ ਉਹ ਮੈਨੂੰ ਕਮਰੇ ਵਿੱਚ ਹੀ ਮਿਲਣ ਜਾਂਦੇ। ਉਹ ਮੈਨੂੰ ਕਹਿੰਦੇ ਕਿ ਮੈਂ ਤੇਰੇ ਪਾਪਾ ਨੂੰ ਸਮਝਾਵਾਂਗਾ। ਅਜੇ ਇਹਨਾਂ ਗੱਲਾਂ ਨੂੰ 2 ਕੁ ਦਿਨ ਹੋਏ ਸਨ ਕਿ ਪਾਪਾ ਮੈਨੂੰ ਕਹਿਣ ਲੱਗੇ ਕਿ ਅੱਜ ਤੋਂ ਬਾਅਦ ਤੁਸੀਂ ਮੇਰੇ ਕਮਰੇ ਵਿੱਚ ਸੋਇਆ ਕਰੇਂਗੀ, ਪਰ ਮੈਨੂੰ ਇਹ ਠੀਕ ਨਹੀਂ ਸੀ ਲੱਗ ਰਿਹਾ। ਪਾਪਾ ਦੇ ਡਰ ਤੋਂ ਮੈਂ ਮਨ੍ਹਾ ਨਾ ਕਰ ਸਕੀ, ਪਰ ਮੈਂ ਪਾਪਾ ਨੂੰ ਰੋਂਦੇ ਹੋਏ ਕਿਹਾ ਕਿ ਇੱਕ ਵਾਰੀ ਆਪਣੀ ਧੀ 'ਤੇ ਵਿਸ਼ਵਾਸ ਕਰ ਲਵੋ, ਪਰ ਪਾਪਾ ਨੇ ਕਿਹਾ ਮੈਂ ਜਿੰਨਾ ਵਿਸ਼ਵਾਸ ਕਰਨਾ ਸੀ ਕਰ ਲਿਆ। ਉਸ ਦਿਨ ਤੋਂ ਬਾਅਦ ਮੈਂ ਆਪਣੇ ਪਾਪਾ ਦੇ ਕਮਰੇ ਵਿੱਚ ਸੌਣਾ ਸ਼ੁਰੂ ਕਰ ਦਿੱਤਾ। ਮੈਂ ਸਾਰੀ ਰਾਤ ਰੋਂਦੀ ਰਹਿੰਦੀ, ਰਾਤ ਨੂੰ ਨਾ ਸੌਣ ਕਰਕੇ ਦਿਨ ਵਿੱਚ ਸੁੱਤੀ ਰਹਿੰਦੀ। ਇੱਕ ਦਿਨ ਅਚਾਨਕ ਮੇਰੀ ਤਬੀਅਤ ਖਰਾਬ ਹੋਣ ਲੱਗੀ ਕਿ ਪਾਪਾ ਨੂੰ ਯਕੀਨ ਹੋ ਗਿਆ ਕਿ ਮੈਂ ਪ੍ਰੈਗਨੈਂਟ ਹਾਂ। ਪਾਪਾ ਨੇ ਮੈਨੂੰ ਕਿਹਾ ਕਿ ਤੇਰੇ ਗਲਤ ਕੰਮ ਦੇ ਨਤੀਜੇ ਹੁਣ ਸਾਹਮਣੇ ਆ ਰਹੇ ਹਨ। ਪਾਪਾ ਮੋਹਿਤ ਨੂੰ ਇਸ ਦਾ ਦੋਸ਼ ਦੇ ਰਹੇ ਸਨ। ਤੂੰ ਮੇਰੀ ਇੱਜ਼ਤ ਮਿੱਟੀ 'ਚ ਮਿਲਾ ਦਿੱਤੀ ਹੈ। ਉਹ ਬਦਨਾਮੀ ਦੇ ਡਰ ਤੋਂ ਮੈਨੂੰ ਹਸਪਤਾਲ ਨਹੀਂ ਲੈ ਜਾਣਾ ਚਾਹੁੰਦੇ ਸੀ ਤੇ ਨਾ ਹੀ ਮੇਰੀ ਕਿਸੇ ਗੱਲ ਦਾ ਵਿਸ਼ਵਾਸ ਕਰ ਰਹੇ ਸੀ। ਪਾਪਾ ਨੇ ਤੁਰੰਤ ਅੰਕਲ ਨੂੰ ਘਰ ਬੁਲਾ ਲਿਆ ਤੇ ਉਸ ਨੂੰ ਸਾਰੀ ਗੱਲ ਦੱਸੀ। ਮੈਂ ਤਾਂ ਸ਼ਰਮ ਦੇ ਮਾਰੇ ਜ਼ਮੀਨ ਦੇ ਅੰਦਰ ਧੱਸ ਗਈ। ਅੰਕਲ ਵੀ ਗੱਲ ਸੁਣ ਕੇ ਪਰੇਸ਼ਾਨ ਹੋ ਗਏ ਤੇ ਮੈਨੂੰ ਕਹਿਣ ਲੱਗੇ, ਪਹਿਲਾਂ ਤਾਂ ਮੈਂ ਸਮਝਦਾ ਸੀ ਕਿ ਤੇਰੇ ਪਾਪਾ ਨੂੰ ਗਲਤਫਹਿਮੀ ਹੋਈ ਹੈ, ਪਰ ਤੂੰ ਤਾਂ ਉਸ ਦੀ ਇੱਜ਼ਤ ਮਿੱਟੀ ਵਿੱਚ ਮਿਲਾ ਦਿੱਤੀ ਹੈ। ਅਜਿਹਾ ਕਰਨ ਬਾਰੇ ਤੂੰ ਇੱਕ ਵਾਰ ਸੋਚ ਤਾਂ ਲੈਂਦੀ। ਅੰਕਲ ਨੇ ਪਾਪਾ ਨੂੰ ਸਲਾਹ ਦਿੱਤੀ ਕਿ ਰਾਤੋਂ ਰਾਤ ਮੇਰਾ ਵਿਆਹ ਕਰ ਦੇਣ ਤੇ ਬਦਨਾਮੀ ਤੋਂ ਵੀ ਬਚ ਜਾਣਗੇ। ਮੈਨੂੰ ਅੰਕਲ ਤੋਂ ਇਸ ਤਰ੍ਹਾਂ ਦੀ ਉਮੀਦ ਨਹੀਂ ਸੀ। ਫਿਰ ਹਨੀ ਚਾਹ ਬਣਾ ਕੇ ਲੈ ਆਇਆ। ਪਾਪਾ ਅਚਾਨਕ ਹਨੀ ਨੂੰ ਪੁੱਛਣ ਲੱਗੇ ਕਿ ਤੂੰ ਰਾਵੀ ਨਾਲ ਵਿਆਹ ਕਰੇਂਗਾ। ਪਾਪਾ ਦੀ ਇਹ ਗੱਲ ਸੁਣ ਕੇ ਉਹ ਹੈਰਾਨ ਹੋ ਗਿਆ। ਮੇਰੇ ਤਾਂ ਪੈਰਾਂ ਥੱਲੋਂ ਜ਼ਮੀਨ ਨਿਕਲ ਗਈ ਕਿ ਮੇਰੇ ਪਾਪਾ ਮੇਰਾ ਵਿਆਹ ਨੌਕਰ ਨਾਲ ਕਰਵਾ ਸਕਦੇ ਹਨ, ਜਦੋਂ ਕਿ ਮੇਰੀ ਕੋਈ ਗਲਤੀ ਨਹੀਂ ਸੀ ਤੇ ਨਾ ਹੀ ਮੈਂ ਪ੍ਰੈਗਨੈਂਟ ਸੀ। ਹਨੀ ਨੇ ਕਿਹਾ ਕਿ ਮੈਂ ਰਾਵੀ ਮੈਡਮ ਨਾਲ ਕਿਵੇਂ ਵਿਆਹ ਕਰਵਾ ਸਕਦਾ ਹਾਂ। ਪਾਪਾ ਨੇ ਉਸ ਨੂੰ ਸਮਝਾਉਂਦੇ ਹੋਏ ਕਿਹਾ ਕਿ ਜੇ ਉਹ ਮੇਰੇ ਨਾਲ ਵਿਆਹ ਕਰ ਲੈਂਦਾ ਹੈ ਤਾਂ ਉਹ ਉਸ ਦੀ ਜ਼ਿੰਦਗੀ ਬਦਲ ਦੇਣਗੇ। ਉਸ ਦੇ ਮਾਂ ਪਿਓ ਦੀਆਂ
ਸਾਰੀਆਂ ਜ਼ਰੂਰਤਾਂ ਪੂਰੀਆਂ ਕਰਨਗੇ। ਪਾਪਾ ਦੇ ਇੰਨਾ ਸਮਝਾਉਣ ਤੋਂ ਬਾਅਦ ਉਹ ਵਿਆਹ ਲਈ ਤਿਆਰ ਹੋ ਗਿਆ। ਅਗਲੇ 2 ਦਿਨ ਬਾਅਦ ਮੇਰਾ ਵਿਆਹ ਹਨੀ ਨਾਲ ਕਰ ਦਿੱਤਾ। ਮੈਨੂੰ ਨਾ ਚਾਹੁੰਦੇ ਹੋਏ ਵੀ ਹਨੀ ਨਾਲ ਵਿਆਹ ਕਰਵਾਉਣਾ ਪਿਆ। ਪਾਪਾ ਨੇ ਹਨੀ ਨੂੰ ਤੋਹਫੇ ਵਿੱਚ ਇੱਕ ਫਲੈਟ ਗਿਫਟ ਦੇ ਦਿੱਤਾ। ਵਿਆਹ ਤੋਂ ਬਾਅਦ ਹਨੀ ਉਸ ਫਲੈਟ ਵਿੱਚ ਲੈ ਗਿਆ। ਹਨੀ ਨੂੰ ਪਤੀ ਹੋਣ ਦਾ ਮੈਂ ਕੋਈ ਹੱਕ ਨਹੀਂ ਸੀ ਦਿੱਤਾ। ਮੈਂ ਤੇ ਹਨੀ ਅਲੱਗ-ਅਲੱਗ ਕਮਰੇ ਵਿੱਚ ਰਹਿੰਦੇ ਸੀ। ਹਨੀ ਨੂੰ ਮੇਰੇ ਤੋਂ ਕੋਈ ਸ਼ਿਕਾਇਤ ਨਹੀਂ ਸੀ। ਮੈਨੂੰ ਖੁਸ਼ ਰੱਖਣ ਦੀ ਕੋਸ਼ਿਸ਼ ਵਿੱਚ ਲੱਗਿਆ ਰਹਿੰਦਾ। ਵਿਆਹ ਤੋਂ 2 ਮਹੀਨੇ ਬਾਅਦ ਮੇਰੀ ਤਬੀਅਤ ਖਰਾਬ ਹੋ ਗਈ ਤੇ ਮੇਰਾ ਪੇਟ ਵੀ ਦਿਸਣ ਲੱਗ ਪਿਆ ਕਿ ਮੈਂ ਪ੍ਰੈਗਨੈਂਟ ਹਾਂ। ਪਰ ਮੈਨੂੰ ਯਕੀਨ ਨਹੀਂ ਸੀ ਕਿਉਂਕਿ ਮੇਰੀ ਨਜ਼ਰ ਵਿੱਚ ਮੈਂ ਕੋਈ ਗਲਤ ਕੰਮ ਕੀਤਾ ਹੀ ਨਹੀਂ ਸੀ। ਪਰ ਮੈਂ ਜਦੋਂ ਡਾਕਟਰ ਨੂੰ ਦਿਖਾਇਆ ਤਾਂ ਸੱਚਮੁੱਚ ਹੀ ਪ੍ਰੈਗਨੈਂਟ ਸੀ। ਜਦੋਂ ਮੈਂ ਕੁਝ ਗਲਤ ਕੀਤਾ ਹੀ ਨਹੀਂ ਸੀ ਤਾਂ ਉਹ ਬੱਚਾ ਮੇਰੇ ਪੇਟ ਵਿੱਚ ਕਿਵੇਂ ਆਇਆ? ਹਨੀ ਮੇਰਾ ਪਹਿਲੇ ਤੋਂ ਜ਼ਿਆਦਾ ਖਿਆਲ ਰੱਖਣ ਲੱਗਾ। ਉਹ ਮੈਨੂੰ ਹਰ ਸਮੇਂ ਖੁਸ਼ ਰੱਖਣ ਦੀ ਕੋਸ਼ਿਸ਼ ਕਰਦਾ। ਉਸਦਾ ਪਿਆਰ ਦੇਖ ਕੇ ਹੁਣ ਮੈਨੂੰ ਵੀ ਉਸ ਨਾਲ ਪਿਆਰ ਹੋਣ ਲੱਗਿਆ ਸੀ ਕਿਉਂਕਿ ਪਹਿਲੀ ਵਾਰ ਮੈਂ ਆਪਣੀ ਜ਼ਿੰਦਗੀ ਵਿੱਚ ਅਜਿਹਾ ਇਨਸਾਨ ਦੇਖਿਆ ਸੀ ਜੋ ਮੇਰੀ ਹਰ ਗੱਲ ਮੰਨਦਾ ਸੀ, ਬਿਨਾਂ ਕਿਸੇ ਸਵਾਰਥ ਦੇ। ਮੇਰਾ ਇੰਨਾ ਖਿਆਲ ਰੱਖਦਾ ਸੀ। ਉਸਨੇ ਕਦੇ ਬੱਚੇ ਬਾਰੇ ਕੋਈ ਸਵਾਲ ਨਹੀਂ ਸੀ ਕੀਤਾ। ਉਹ ਨੇਕ ਦਿਲ ਇਨਸਾਨ ਸੀ। ਮੈਨੂੰ ਸਮਝ ਨਹੀਂ ਸੀ ਕਿ ਮੇਰੇ ਨਾਲ ਅਜਿਹਾ ਕਿਸਨੇ ਕੀਤਾ ਹੈ। ਮੈਂ ਹਮੇਸ਼ਾ ਹੀ ਸੋਚਦੀ ਰਹਿੰਦੀ। ਫਿਰ ਮੇਰੀ ਡਿਲੀਵਰੀ ਦਾ ਸਮਾਂ ਆ ਗਿਆ। ਮੈਂ ਇੱਕ ਬੇਟੇ ਨੂੰ ਜਨਮ ਦਿੱਤਾ, ਪਰ ਮੈਂ ਬੱਚੇ ਨੂੰ ਦੇਖਿਆ ਤੱਕ ਨਹੀਂ ਸੀ ਕਿਉਂਕਿ ਉਸ ਬੱਚੇ ਕਰਕੇ ਮੇਰੀ ਜ਼ਿੰਦਗੀ ਬਰਬਾਦ ਹੋਈ ਸੀ। ਜਦੋਂ ਮੈਂ ਹਨੀ ਨੂੰ ਦੇਖਿਆ ਕਿ ਮੈਂ ਬੱਚੇ ਤੋਂ ਨਫ਼ਰਤ ਕਰਦੀ ਹਾਂ ਤਾਂ ਉਸਨੇ ਬੱਚੇ ਨੂੰ ਪਿਆਰ ਨਾਲ ਗੋਦ ਵਿੱਚ ਲਿਆ ਤੇ ਉਹ ਬੱਚੇ ਦਾ ਖਿਆਲ ਰੱਖਣ ਲੱਗਾ। ਪਰ ਘਰ ਆਉਣ ਤੋਂ ਬਾਅਦ ਵੀ ਉਸਨੇ ਮੇਰਾ ਤੇ ਮੇਰੇ ਬੱਚੇ ਦਾ ਪੂਰਾ ਖਿਆਲ ਰੱਖਿਆ। ਮੈਂ ਉਸਨੂੰ ਇੱਕ ਦਿਨ ਪੁੱਛ ਹੀ ਲਿਆ ਕਿ ਤੂੰ ਇੱਕ ਨਾਜਾਇਜ਼ ਬੱਚੇ ਨੂੰ ਇੰਨਾ ਪਿਆਰ ਨਾਲ ਕਿਵੇਂ ਅਪਣਾ ਸਕਦਾ ਹੈ? ਤੈਨੂੰ ਤੇ ਚੰਗੀ ਤਰ੍ਹਾਂ ਪਤਾ ਹੈ ਕਿ ਇਹ ਬੱਚਾ ਤੇਰਾ ਨਹੀਂ ਹੈ। ਕੁਝ ਦੇਰ ਚੁੱਪ ਰਹਿਣ ਤੋਂ ਬਾਅਦ ਉਸਨੇ ਮੈਨੂੰ ਕਿਹਾ ਕਿ ਰਾਵੀ, ਤੇਰੇ ਨਾਲ ਜੁੜੀ ਹੋਈ ਹਰ ਚੀਜ਼ ਦੀ ਜ਼ਿੰਮੇਵਾਰੀ ਹੈ ਤੇ ਮੈਨੂੰ ਬਹੁਤ ਪਿਆਰ ਵੀ ਹੈ। 1 ਮਹੀਨਾ ਹੋ ਗਿਆ ਸੀ ਪਰ ਮੈਂ ਹਜੇ ਤੱਕ ਬੱਚੇ ਨੂੰ ਗੋਦ ਵਿੱਚ ਨਹੀਂ ਸੀ ਚੁੱਕਿਆ। ਦਿਨ ਰਾਤ ਉਸਦਾ ਖਿਆਲ ਰੱਖਦਾ। ਮੈਂ ਹਮੇਸ਼ਾ ਰੋਂਦੀ ਰਹਿੰਦੀ, ਆਪਣੀ ਬਦਕਿਸਮਤੀ ਨੂੰ ਕੋਸਦੀ ਰਹਿੰਦੀ। ਮੇਰਾ ਇਹ ਹਾਲ ਦੇਖ ਕੇ ਇੱਕ ਦਿਨ ਹਨੀ ਮੇਰੇ ਕੋਲ ਆਇਆ ਤੇ ਕਹਿਣ ਲੱਗਾ ਕਿ ਮੇਰੇ ਤੋਂ ਇਹ ਹਾਲਤ ਦੇਖੀ ਨਹੀਂ ਜਾਂਦੀ। ਕੀ ਤੂੰ ਜਾਣਨਾ ਚਾਹੁੰਦੀ ਹੈ ਕਿ ਇਹ ਬੱਚਾ ਕਿਸ ਦਾ ਹੈ? ਮੈਂ ਉਸਦੇ ਮੂੰਹ ਇਹ ਗੱਲ ਸੁਣ ਕੇ ਹੈਰਾਨ ਹੁੰਦੇ ਹੋਏ ਕਿਹਾ, ਮੈਂ ਜਾਣਨਾ ਹੈ, ਜਲਦੀ ਦੱਸ ਮੈਨੂੰ। ਕਿਹਾ ਕਿ ਪਹਿਲਾਂ ਵਾਅਦਾ ਕਰ ਕਿ ਤੂੰ ਇਹ ਕਿਸੇ ਨੂੰ ਨਹੀਂ ਦੱਸੇਂਗੀ। ਇਸ ਵਿੱਚ ਇਸ ਮਾਸੂਮ ਦਾ ਕੋਈ ਕਸੂਰ ਨਹੀਂ। ਮੈਂ ਕਿਸੇ ਵੀ ਹਾਲਤ ਵਿੱਚ ਸੱਚ ਜਾਣਨਾ ਚਾਹੁੰਦੀ ਹਾਂ। ਇਸ ਲਈ ਮੈਂ ਹਨੀ ਨਾਲ ਵਾਅਦਾ ਕਰ ਲਿਆ ਸੀ। ਪਰ ਉਸਦੇ ਮੂੰਹੋਂ ਇਹ ਸੱਚ ਸੁਣ ਕੇ ਮੇਰੇ ਪੈਰਾਂ ਥੱਲਿਓਂ ਜ਼ਮੀਨ ਖਿਸਕ ਗਈ ਕਿਉਂਕਿ ਬੱਚੇ ਦਾ ਪਿਓ ਉਹ ਇਨਸਾਨ ਸੀ ਜਿਸ ਤੇ ਮੈਂ ਅੱਖਾਂ ਬੰਦ ਕਰਕੇ ਭਰੋਸਾ ਕਰਦੀ ਸੀ। ਮੇਰੇ ਬੱਚੇ ਦਾ ਪਿਓ ਅੰਕਲ ਸੀ। ਹਨੀ ਨੇ ਦੱਸਿਆ ਕਿ ਇੱਕ ਦਿਨ ਅੰਕਲ ਘਰ ਆਏ ਸੀ ਤੇ ਹਨੀ ਮੇਰੇ ਲਈ ਚਾਹ ਬਣਾ ਰਿਹਾ ਸੀ। ਅੰਕਲ ਨੇ ਕਿਹਾ ਕਿ ਰਾਵੀ ਲਈ ਚਾਹ ਮੈਂ ਲੈ ਜਾਂਦਾ ਹਾਂ ਤੇ ਹਨੀ ਨੂੰ ਕਿਸੇ ਬਹਾਨੇ ਬਾਹਰ ਕੰਮ ਭੇਜ ਦਿੱਤਾ। ਉਦੋਂ ਮੈਨੂੰ ਯਾਦ ਆਇਆ ਸੀ ਕਿ ਇੱਕ ਦਿਨ ਅੰਕਲ ਮੇਰੇ ਲਈ ਚਾਹ ਲੈ ਕੇ ਆਏ ਸੀ। ਮੈਨੂੰ ਨਹੀਂ ਸੀ ਪਤਾ
ਕਿ ਉਸ ਪਿਤਾ ਸਮਾਨ ਉਸ ਇਨਸਾਨ ਦੇ ਦਿਲ ਵਿੱਚ ਪਾਪ ਸੀ। ਮੈਂ ਤਾਂ ਚਾਹ ਪੀ ਕੇ ਸੌਂ ਗਈ, ਸੁੱਤੀ ਨਹੀਂ ਸੀ, ਬੇਹੋਸ਼ ਹੋਈ ਸੀ। ਜਦੋਂ ਹਨੀ ਆਇਆ ਤਾਂ ਉਸਨੇ ਦੇਖਿਆ ਕਿ ਅੰਕਲ ਇੰਨੇ ਟਾਈਮ ਦੇ ਅੰਦਰ ਕੀ ਕਰ ਰਹੇ ਹੈ। ਜਦੋਂ ਉਸਨੇ ਅੰਦਰ ਜਾ ਕੇ ਦੇਖਿਆ ਤਾਂ ਅੰਕਲ ਵੀ ਇੱਕਦਮ ਘਬਰਾ ਗਿਆ ਤੇ ਆਪਣੇ ਕੱਪੜੇ ਠੀਕ ਕਰਦਾ ਬਾਹਰ ਨੂੰ ਆ ਗਿਆ। ਅੰਕਲ ਦੀ ਕੱਪੜਿਆਂ ਦੀ ਹਾਲਤ ਦੇਖ ਕੇ ਮੈਨੂੰ ਤਾਂ ਸ਼ੱਕ ਉਦੋਂ ਹੀ ਹੋ ਗਿਆ ਸੀ। ਉਸ ਦਿਨ ਤੋਂ ਬਾਅਦ ਹਨੀ ਪਾਪਾ ਤੇ ਅੰਕਲ ਦੀਆਂ ਗੱਲਾਂ ਧਿਆਨ ਨਾਲ ਸੁਣਨ ਲੱਗੇ ਅਤੇ ਅੰਕਲ ਮੇਰੇ ਖਿਲਾਫ ਭੜਕਾਉਂਦੇ ਸੀ। ਮੈਂ ਚਾਹੁੰਦਾ ਇਹ ਸਾਰੀਆਂ ਗੱਲਾਂ ਤੇਰੇ ਪਾਪਾ ਨੂੰ ਦੱਸ ਸਕਦਾ ਸੀ, ਪਰ ਮੈਨੂੰ ਲੱਗਿਆ ਕਿ ਨੌਕਰ ਦੀਆਂ ਗੱਲਾਂ ਤੇ ਵਿਸ਼ਵਾਸ ਨਹੀਂ ਕਰੇਗਾ। ਪਰ ਮੈਨੂੰ ਤੁਹਾਡੇ ਲਈ ਬਹੁਤ ਬੁਰਾ ਲੱਗਦਾ ਸੀ, ਇਸ ਲਈ ਮੈਂ ਤੁਹਾਡੇ ਨਾਲ ਵਿਆਹ ਕਰਨ ਲਈ ਜਲਦੀ ਹੀ ਮੰਨ ਗਿਆ ਸੀ। ਮੈਨੂੰ ਡਰ ਸੀ ਕਿ ਤੁਹਾਡੇ ਪਾਪਾ ਅੰਕਲ ਪਿੱਛੇ ਲੱਗ ਕੇ ਕੋਈ ਗਲਤ ਫੈਸਲਾ ਨਾ ਕਰ ਲੈਣ। ਮੈਂ ਸੋਚਿਆ ਕਿ ਮੈਂ ਤੁਹਾਡੀ ਹਰ ਖੁਸ਼ੀ ਦੇਣ ਦੀ ਕੋਸ਼ਿਸ਼ ਕਰਾਂਗਾ। ਜਦੋਂ ਮੈਂ ਇਹ ਗੱਲਾਂ ਕਰ ਰਿਹਾ ਸੀ ਤਾਂ ਮੇਰਾ ਬੇਟਾ ਵੀ ਉੱਠ ਗਿਆ, ਉੱਠ ਕੇ ਰੋਣ ਲੱਗ ਪਿਆ। ਹਨੀ ਨੇ ਕਿਹਾ, ਇਸ ਸਭ ਵਿੱਚ ਇਸ ਵਿਚਾਰੇ ਦਾ ਕੀ ਕਸੂਰ? ਉਸਨੇ ਜ਼ਬਰਦਸਤੀ ਬੱਚਾ ਮੇਰੀ ਝੋਲੀ ਵਿੱਚ ਪਾ ਦਿੱਤਾ। ਮੇਰੀ ਮਮਤਾ ਜਾਗ ਪਈ। ਮੈਂ ਬੱਚੇ ਨੂੰ ਲੈ ਕੇ ਰੋਣ ਲੱਗੀ। ਮੈਂ ਹਨੀ ਨੂੰ ਕਿਹਾ ਕਿ ਪਾਪਾ ਨੂੰ ਇਸ ਸੱਚ ਦਾ ਪਤਾ ਹੋਣਾ ਚਾਹੀਦਾ ਹੈ ਤਾਂ ਉਸਨੂੰ ਵੀ ਪਤਾ ਚੱਲੇ ਕਿ ਗਲਤ ਕੌਣ ਸੀ। ਅਸੀਂ ਪਾਪਾ ਨੂੰ ਫੋਨ ਕਰਕੇ ਬੁਲਾਇਆ ਤੇ ਸਾਰੀ ਸੱਚਾਈ ਦੱਸੀ ਤਾਂ ਸੱਚ ਸੁਣ ਕੇ ਪਾਪਾ ਹੱਥ ਜੋੜ ਕੇ ਰੋਣ ਲੱਗੇ ਤੇ ਮੇਰੇ ਤੋਂ ਮਾਫ਼ੀ ਮੰਗੀ। ਤੇ ਜੇ ਇਸ ਬੱਚੇ ਦੇ ਭਵਿੱਖ ਦੀ ਗੱਲ ਨਾ ਹੁੰਦੀ ਤਾਂ ਮੈਂ ਉਸ ਘਟੀਆ ਇਨਸਾਨ ਨੂੰ ਜੇਲ੍ਹ ਕਰਾ ਦਿੰਦਾ। ਪਾਪਾ ਮੈਨੂੰ ਹਨੀ ਨੂੰ ਲੈ ਕੇ ਘਰ ਆ ਗਏ ਤੇ ਅੰਕਲ ਨਾਲੋਂ ਰਿਸ਼ਤਾ ਤੋੜ ਦਿੱਤਾ। ਮੈਂ ਤੇ ਹਨੀ ਇਹ ਫੈਸਲਾ ਕੀਤਾ ਕਿ ਅਸੀਂ ਹਮੇਸ਼ਾ ਆਪਣੇ ਬੱਚਿਆਂ ਤੇ ਯਕੀਨ ਕਰਾਂਗੇ, ਨਾ ਕਿ ਗੈਰ ਤੇ, ਕਿਉਂਕਿ ਪਾਪਾ ਨੇ ਮੇਰੇ ਤੇ ਭਰੋਸਾ ਨਾ ਕਰਕੇ ਜੋ ਮੈਨੂੰ ਭੁਗਤਣਾ ਪਵੇ। ਅੰਤ ਵਿੱਚ ਇਹੀ ਕਹਿ ਸਕਦੇ ਹਾਂ ਕਿ ਆਪਣੇ ਬੱਚਿਆਂ ਨੂੰ ਸਮਝੋ, ਉਹਨਾਂ ਤੇ ਭਰੋਸਾ ਕਰੋ, ਨਾ ਕਿ ਕਿਸੇ ਬਾਹਰ ਵਾਲੇ ਦੀਆਂ ਗੱਲਾਂ ਵਿੱਚ ਆ ਕੇ ਆਪਣੇ ਬੱਚਿਆਂ ਲਈ ਕੋਈ ਅਜਿਹਾ ਫੈਸਲਾ ਲਵੋ ਜੋ ਕਿ ਤੁਹਾਡੇ ਬੱਚਿਆਂ ਦੀ ਜ਼ਿੰਦਗੀ ਬਰਬਾਦ ਕਰ ਦੇਵੇ। ਕਹਾਣੀ ਸੁਣਨ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ।